ਜਦੋਂ ਆਪਾਂ RRSP ਜਾਂ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਵਿੱਚ ਇਨਵੈਸਟ ਕਰਦੇ ਹਾਂ ਤੇ ਸਾਡੀ ਕੰਟਰੀਬਿਊਸ਼ਨਸ ਤੇ ਸਾਨੂੰ ਕੋਈ ਇਨਕਮ ਟੈਕਸਸ ਨਹੀਂ ਪੇ ਕਰਨੇ ਪੈਂਦੇ। ਇਨ ਫੈਕਟ ਵੀ ਡੂ ਗੈਟ ਸਮ ਰੀਫੰਡ। ਲੇਕਿਨ ਜਦੋਂ ਆਪਾਂ ਵਿਡਰਾ ਕਰਨਾ ਸ਼ੁਰੂ ਕਰਦੇ ਹਾਂ RRSP ਵਿੱਚ, then we have to pay either withholding taxes ਜਾਂ regular income tax based on our marginal tax rate। Now RRSP ਵਿੱਚੋਂ withdraw ਕਰਨ ਦਾ ਇੱਕ ਹੋਰ provision ਹੈ, and that provision is specifically for first time home buyers। ਉਸ provision ਦਾ ਨਾਮ ਹੈ ਜਾਂ ਉਸ method ਦਾ ਨਾਮ ਹੈ ਜੀ home buyers plan, ਜਾਂ ਆਪਾਂ ਕਈ ਵਾਰ ਉਹਨੂੰ HBP ਵੀ ਕਹਿ ਦਿੰਦੇ ਹਾਂ। ਇਸ ਵੀਡੀਓ 'ਚ ਮੈਂ ਕੁਇਕਲੀ ਤੁਹਾਨੂੰ ਦੱਸਾਂਗਾ ਕਿ ਹੋਮ ਬਾਇਰਸ ਪਲਾਨ ਦੀ ਕੀ ਐਲੀਜੀਬਿਲਿਟੀਜ਼ ਨੇ, ਵਿਡਰਾਅਲ ਕੰਡੀਸ਼ਨਸ ਕੀ ਨੇ ਤੇ ਰੀਪੇਮੈਂਟ ਪ੍ਰੋਵੀਜ਼ਨਸ ਕੀ ਨੇ। ਸੋ ਸਭ ਤੋਂ ਪਹਿਲਾਂ ਜੇ ਆਪਾਂ ਐਲੀਜੀਬਿਲਿਟੀ ਤੇ ਆਈਏ, ਇਸ ਦੇ ਵਾਸਤੇ ਐਲੀਜੀਬਲ ਹੋਣ ਵਾਸਤੇ ਯੂ ਹੈਵ ਟੂ ਬੀ ਅ ਫਰਸਟ ਟਾਈਮ ਹੋਮ ਬਾਇਰ। ਤੇ ਫਰਸਟ ਟਾਈਮ ਹੋਮ ਬਾਇਰ ਦੀ ਡੈਫੀਨੇਸ਼ਨ ਉਹਨਾਂ ਨੇ ਦਿੱਤੀ ਹੈ ਕਿ ਤੁਸੀਂ ਤੇ ਤੁਹਾਡੇ ਸਪਾਊਸ, ਤੁਹਾਡੇ ਦੋਨਾਂ ਵਿੱਚੋਂ ਕਿਸੇ ਨੇ ਪਿਛਲੇ 4 ਸਾਲ ਵਿੱਚ ਕੋਈ ਵੀ ਪ੍ਰਿੰਸੀਪਲ ਪ੍ਰੋਪਰਟੀ ਓਨ ਨਹੀਂ ਕੀਤੀ ਹੋਣੀ ਚਾਹੀਦੀ। ਜੇ ਪਿਛਲੇ 4 ਸਾਲ ਵਿੱਚ ਕੋਈ ਵੀ ਤੁਸੀਂ ਪ੍ਰਿੰਸੀਪਲ ਪ੍ਰੋਪਰਟੀ ਜਾਂ ਪ੍ਰਿੰਸੀਪਲ ਰੈਜ਼ੀਡੈਂਸ ਓਨ ਕੀਤਾ, then you do not qualify for this plan। ਸੈਕਿੰਡ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈ ਜਾਂ ਕੰਡੀਸ਼ਨ ਲਾਈ ਹੈ ਕਿ ਮੈਕਸਿਮਮ ਜਿਹੜਾ ਤੁਸੀਂ ਵਿਡਰਾ ਕਰ ਸਕਦੇ ਹੋ ਆਪਣੇ ਹੋਮ ਬਾਇਰਸ ਪਲਾਨ ਦੇ ਅੰਡਰ ਇਜ਼ ਅਪ ਟੂ $35,000 ਈਚ। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡਾ ਤੇ ਤੁਹਾਡੇ ਸਪਾਊਸ ਦੇ ਸੈਪਰੇਟ RRSPs ਹੈਗੇ ਨੇ, ਤੁਸੀਂ ਦੋਨੋਂ ਆਪਣੇ ਆਪਣੇ RRSP ਵਿੱਚੋਂ ਅਪ ਟੂ $35,000 ਟੈਕਸ ਫ੍ਰੀ ਵਿਡਰਾ ਕਰ ਸਕਦੇ ਹੋ, ਜਿਹਦਾ ਮਤਲਬ ਹੈ ਤੁਹਾਡੀ ਡਾਊਨ ਪੇਮੈਂਟ ਵਾਸਤੇ ਟੈਕਸ ਫ੍ਰੀ $70,000 ਤੁਸੀਂ ਐਕਿਊਮੂਲੇਟ ਕਰ ਸਕਦੇ ਹੋ। ਨਾਓ ਮੈਂ ਵਰਡ ਯੂਜ਼ ਕੀਤਾ ਅਪ ਟੂ $35,000। ਉਹਦਾ ਮਤਲਬ ਇਹ ਹੈ ਕਿ ਜੇ ਤੁਹਾਡੀ RRSP ਵਿੱਚ 30,000 ਪਿਆ ਹੈ, ਉਦੋਂ ਹੀ ਸਿਰਫ ਉਦੋਂ ਹੀ ਤੁਸੀਂ ਕਢਾ ਸਕਦੇ ਹੋ। ਜੇ ਤੁਹਾਡੀ RRSP 'ਚ ਸਿਰਫ 20,000 ਇਨਵੈਸਟਡ ਹੈ, then you can only withdraw 20,000। ਤੁਸੀਂ ਆਪਣਾ ਹੀ ਪੈਸਾ RRSP ਵਿੱਚੋਂ ਕਢਾ ਰਹੇ ਹੋ। ਇਹ ਕੋਈ ਗਵਰਨਮੈਂਟ ਗ੍ਰਾਂਟ ਨਹੀਂ ਹੈ ਤੇ ਗਵਰਨਮੈਂਟ ਲੋਨ ਨਹੀਂ ਹੈ। ਸੋ ਜੇ ਤੁਸੀਂ ਇਨ ਫਿਊਚਰ RRSP ਦੇ ਨੂੰ ਯੂਜ਼ ਕਰਕੇ ਜਾਂ ਹੋਮ ਬਾਇਰਸ ਪਲਾਨ ਨੂੰ ਯੂਜ਼ ਕਰਕੇ ਆਪਣੀ ਡਾਊਨ ਪੇਮੈਂਟ ਐਕਿਊਮੂਲੇਟ ਕਰਨੀ ਹੈ, ਮੇਕ ਸ਼ੋਰ ਯੂ ਆਰ ਇਨਵੈਸਟਿੰਗ ਅਬਾਊਟ $35,000 ਤਾਂ ਕਿ ਉਹਦਾ ਪੂਰਾ ਫਾਇਦਾ ਚੁੱਕ ਸਕੋ। ਥਰਡ ਥਿੰਗ ਇਹਦੇ ਵਿੱਚ ਆ ਜਾਂਦੀ ਹੈ ਕਿ ਇਹਦੇ ਵਿੱਚ 90 ਡੇਜ਼ ਦਾ ਵੇਟਿੰਗ ਪੀਰੀਅਡ ਹੈ। ਉਹਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ RRSP 'ਚ ਇਨਵੈਸਟ ਕਰਦੇ ਹੋ, ਯੂ ਮਸਟ ਹੈਵ ਅ ਗੈਪ ਆਫ 90 ਡੇਜ਼। ਜਦੋਂ ਤੁਸੀਂ RRSP 'ਚ ਸ਼ੁਰੂ 'ਚ ਇਨਵੈਸਟ ਕੀਤਾ ਸੀ ਤੇ ਜਦੋਂ ਤੁਸੀਂ ਵਿਡਰਾ ਕਰਨਾ ਹੈ ਜਾਂ ਤੁਹਾਡਾ ਹੋਮ ਪਰਚੇਜ਼ ਆ, ਉਹਦੇ ਵਿੱਚ ਘੱਟੋ ਘੱਟ 90 ਡੇਜ਼ ਦਾ ਗੈਪ ਜ਼ਰੂਰ ਹੋਣਾ ਚਾਹੀਦਾ। ਅਦਰਵਾਈਜ਼ ਯੂ ਕੈਨ ਨਾਟ ਵਿਡਰਾ ਫਰੋਮ ਯਰ ਹੋਮ ਬਾਇਰਸ ਪਲਾਨ ਔਰ ਯੂ ਕੈਨ ਨਾਟ ਟੇਕ ਐਡਵਾਂਟੇਜ ਆਫ ਇਟ। ਫੋਰਥ ਚੀਜ਼ ਇਹਦੇ ਵਿੱਚ ਆ ਜਾਂਦੀ ਹੈ ਕਿ ਹੋਮ ਬਾਇਰਸ ਪਲਾਨ can only be used to buy or withdraw money for principal residence। ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਨੂੰ ਬਾਏ ਕਰਨ ਵਾਸਤੇ ਹੋਮ ਬਾਇਰਸ ਪਲਾਨ ਨੂੰ ਯੂਜ਼ ਨਹੀਂ ਕਰ ਸਕਦੇ। ਦਿਸ ਇਜ਼ ਓਨਲੀ ਫॉर ਪ੍ਰਿੰਸੀਪਲ ਰੈਜ਼ੀਡੈਂਸ। ਇਸ ਤੋਂ ਅੱਗੇ ਆਪਣੇ ਕੋਲ ਕਈ ਵਾਰ ਲੌਕਡ ਇਨ ਰਿਟਾਇਰਮੈਂਟ ਅਕਾਊਂਟਸ ਹੁੰਦੇ ਨੇ, ਜਾਂ ਆਪਾਂ ਉਹਨੂੰ ਲੀਰਾ ਕਹਿ ਦਿੰਦੇ ਹਾਂ। ਲੀਰਾਜ਼ ਕੈਨ ਨਾਟ ਬੀ ਯੂਜ਼ਡ ਫॉर ਹੋਮ ਬਾਇਰਸ ਪਲਾਨ। ਉਹ ਲੌਕਡ ਇਨ ਹੁੰਦੇ ਨੇ ਤੇ ਉਹਦਾ ਪਰਪਸ ਇਹੀ ਹੈ ਕਿ ਤੁਸੀਂ ਉਹਨੂੰ ਰਿਟਾਇਰਮੈਂਟ ਲਈ ਯੂਜ਼ ਕਰੋ ਤੇ ਉਹ ਹੋਮ ਬਾਇਰਸ ਪਲਾਨ ਵਾਸਤੇ ਨਹੀਂ ਯੂਜ਼ ਹੋ ਸਕਦੇ। ਕੁਝ ਕੰਪਨੀਜ਼, ਜਿਵੇਂ ਮੈਂ ਕੁਝ ਵੀਡੀਓਜ਼ ਪਹਿਲਾਂ ਦੱਸਿਆ, ਗਰੁੱਪ RRSPs ਵੀ ਕਰਦੀਆਂ। ਸੋ ਕੁਝ ਗਰੁੱਪ RRSPs ਅਲਾਉ ਕਰਦੀਆਂ ਹੋਮ ਬਾਇਰਸ ਪਲਾਨ ਨੂੰ ਵਿੱਚੋਂ ਵਿਡਰਾ ਕਰਨ ਵਾਸਤੇ, ਕੁਝ ਗਰੁੱਪ RRSPs ਨਹੀਂ ਅਲਾਉ ਕਰਦੀਆਂ। ਸੋ ਮੈਂ ਸੁਜੈਸਟ ਕਰਾਂਗੇ ਤੁਸੀਂ ਆਪਣੇ ਐਮਪਲੋਇਰ ਬੇਸਡ ਗਰੁੱਪ RRSP ਜਿਹੜੀ ਹੈਗੀ ਉਹਨਾਂ ਨੂੰ ਅਪਰੋਚ ਕਰੋ, ਉਹਨਾਂ ਦੀ ਡਿਟੇਲਸ ਪੜ੍ਹੋ ਕਿ ਕੀ ਤੁਸੀਂ ਉਹ ਗਰੁੱਪ RRSPs ਯੂਜ਼ ਕਰ ਸਕਦੇ ਹੋ ਹੋਮ ਪਰਚੇਜ਼ ਵਾਸਤੇ ਜਾਂ ਹੋਮ ਬਾਇਰਸ ਪਲਾਨ ਵਾਸਤੇ ਜਾਂ ਨਹੀਂ। ਜੇ ਨਹੀਂ ਕਰ ਸਕਦੇ, then you should start your individual ਜਾਂ personal RRSPs। ਫਿਰ ਦੇਖੋ ਇਹ ਜਿਹੜੀਆਂ ਸਾਰੀਆਂ ਵਿਡਰਾਅਲਸ ਹੈਗੀਆਂ, ਦਿਸ ਇਜ਼ ਆਲ ਟੈਕਸ ਫ੍ਰੀ। ਲੇਕਿਨ ਇਹ ਟੈਕਸ ਫ੍ਰੀ ਉਦੋਂ ਤੱਕ ਹੀ ਮੇਨਟੇਨ ਰਹਿੰਦਾ ਹੈ ਇਹਦਾ ਸਟੇਟਸ ਜਦੋਂ ਤੱਕ ਇਹ ਰੀਪੇਮੈਂਟ ਕਰਦੇ ਹੋ ਤੁਸੀਂ ਆਪਣੀ RRSP। ਜਿਹੜਾ ਤੁਸੀਂ ਪੈਸਾ ਕਢਾਇਆ ਹੌਲੀ ਹੌਲੀ ਤੁਹਾਨੂੰ ਵਾਪਸ ਕਰਨਾ ਪੈਂਦਾ ਆਪਣੀ RRSP 'ਚ। ਤੇ ਉਹਦਾ ਪ੍ਰੋਵੀਜ਼ਨ ਕੀ ਹੈ? ਗਵਰਨਮੈਂਟ ਕਹਿੰਦੀ ਹੈ ਕਿ ਜਿਸ ਸਾਲ ਤੁਸੀਂ ਪੈਸੇ ਕਢਾਏ ਉਸ ਤੋਂ 2 ਸਾਲ ਬਾਅਦ ਤੁਸੀਂ ਉਹਨੂੰ ਰੀਪੇ ਕਰਨਾ ਸ਼ੁਰੂ ਕਰਨਾ ਹੈ। ਤੇ ਸਿੰਪਲ ਸ਼ਬਦਾਂ ਵਿੱਚ ਜੇ ਤੁਸੀਂ 2023 ਵਿੱਚ ਪੈਸੇ ਕਢਾਏ ਨੇ ਜਾਂ ਫੰਡਸ ਕਢਾਏ ਨੇ, then you have to start repaying those funds back into your RRSP starting from 2025।
सो हुण रीपेमेंट किन्नी हुंदी है? रीपेमेंट हुंदी है जी 1/15 ऑफ योर विड्रॉल। सो जे मैं सिंपल नंबर्स लवां, सपोज तुसी $15,000 अपनी RRSP दे होम बायर्स प्लान विचों विड्रॉ कीता, then 2 years after you withdraw it, you have to pay back $1,000 every year। सो जे 2023 विच पैसे कढाए ने ते 2025 तो लैके हर साल तुहानू $1,000 अपनी RRSP विच रीपे करना पएगा, ते रीपेमेंट जिहड़ी हैगी है मैक्सिमम 15 साल चलदी है। ना कई बार मैंने क्वेश्चन होंदा है कि जी RRSP जिहड़े आपां विड्रॉ कीते सी होम बायर्स प्लान दे, वो सानू रीपे करना ही पएगा कि आपां उह चों ब्रेक भी लै सकदे हैं? Yes, you can take break। in fact जिन्हां सालां विच तुहाडी इनकम बहुत घट है या कोई जॉब लॉस होया है अनफॉर्चुनेटली, ते उन्हां सालां विच तुसीं होम बायर्स प्लान नू भावें पे ना करो। हुंदा की है, जिस साल तुसीं होम बायर्स प्लान दी इंस्टॉलमेंट नहीं पे करदे, वो जिहड़ी इंस्टॉलमेंट है दैट लूजेस इट्स टैक्स फ्री स्टेटस एंड यू हैव टू जस्ट पे टैक्स ऑन योर मार्जिनल टैक्स रेट। सो यही बेसिक कंडीशंस हैगियां होम बायर्स प्लान दी। एक चीज़ मैं एक्चुअली दसना भुल गया, जिहड़ी तुसी रीपेमेंट करदे हो RRSP विच, वो contributions नहीं गिनिया जांदियां। those are not new contributions because that is just a repayment back into your RRSP। so again these are the basic conditions and limitations of home buyers plan। ते मैं समझदा home buyers plan is an excellent option if you are saving down payment for your home। Having said that, home buyers plan is excellent option, लेकिन RRSP या home buyers plan विच किनू RRSPs विच इन्वेस्ट करना चाहिए? मैं कुछ उहदे ਲਈ पहला वीडियोज़ बनाए सीगे। जनरली स्पीकिंग जे तुहाडी इनकम 50,000 तो घट है ते मैं नहीं सजेस्ट करदा कि तुसी RRSP विच इन्वेस्ट करो। जे तुसी घर वास्ते सेव करना है, देयर आर अदर टूल्स लाइक TFSA। ते इनफैक्ट 1 April तो एक नवा इन्वेस्टमेंट अकाउंट गवर्नमेंट ने अनाउंस किया है कॉल्ड FHSA फर्स्ट होम सेविंग अकाउंट। उहदे लिए भी मैं एक सेपरेट वीडियो बनाया है। बट अगेन इफ यू हैव एनी क्वेश्चंस रिगार्डिंग ऑल दीज ऑप्शंस या होम बायर्स प्लान नू लैके, यू कैन ऑलवेज गिव मी अ कॉल एट 416-270-1234 416-270-1234। थैंक्स फॉर स्टॉपिंग बाय। Sagun Goya।